साहिब जी। वाहिगुरु साहिब जी। जिन्ना अंदर नाम निदान हर, तिनके काज दे आंदे रास। तिन चौकी मोहताजी लोकन की, हर प्रभ अंग कर बैठा पास। जां करता वल तां सब को वल, सब दर्शन देख कर साबास। शाहो पातशाहो सब हर का किया, सब जन को आए करे रहरास। गुरपुरे की वड्डी वड्याई, हर वड्डा सेव अतुल सुख पाया। गुरपुरे दान दिया हर निश्चल, नित बख्शे चढ़ै सवाया। कोई निंदक वड्याई देख न सकै, सो करते आप पचाया। जन नानक गुण बोलै करते के, भगतां नूं सदा रखदा आया। मैं तान दीवान तू है मेरे स्वामी, मैं तुझे आगे अरदास। मैं होर थाओ नहीं जिस पे करो बेनती, मेरा दुख सुख तुझ ही पास। ज़हरा ज़हूर हाजरा हजूर सर्व कला भरपूर, समर्थ गुरु लोक परलोक दे रखियक भगत वशल। सतगुरां दी प्यारी जोत, ज्ञान दा सागर श्री गुरु ग्रंथ साहिब महाराज जी दी पावन पवित्र गोद हजूरी दे विच गुरु शब्द दे नाल जुड़ बैठी जुड़ रही साध संगत जी, आप जी धनता दे जोड़ भागे हो। सतगुरु जी ने मेहर की है, दया की है, सच्चे पातशाह ने सवास बख्शे हैं, अमृत वेला बख्शिया, तंदुरुस्तियां दित्तियां हैं, योग बनाया अपनी गोद विच बैठन दे। एडी वड्डी बख्शिश महाराज जी ने की है, सो उस बख्शिश के पात्र भी बनी। गुरु महाराज जी तो जो सानू मिलता है वो प्राप्त कर लीए। गुरु महाराज जी तो जो सानू बख्शिश प्राप्त हुंदी है, उस बख्शिश नूं प्राप्त कर लीए। बाणी दा फरमान, झिम झिम वरसे अमृत धारा, मन पीवै सुन शब्द विचारा। अब कलू आयो रे एक नाम बोवो बोवो, सतयुग सत तेता जग्गी द्वापर पूजा चार। तीनों युग तीनों दिड़ै कल केवल नाम उधार। कलयुग दे विच महाराज जी ने बाणी विच लिखिया है, नाम ही आधार है। कल मैं एहो पुन गुण गोविंद गाहे। इस कलयुग दे विच गोविंद दे गुण गाउण नूं बहुत वड्डा दस्सिया गया। कलयुग दे विच गुण सुनन दे नाल, गुण गाउण दे नाल बहुत छेती इंसान परमात्मा तक पहुँच जाता। जंज कह सकते हाँ भी उसकी मुक्ति हो जाती है, जिउंदे जी मोक्ष नूं प्राप्त करदा, जंज भी कह सकते हैं।
ਉਹ ਜਿਉਂਦੇ ਜੀ ਸੱਚ ਖੰਡ ਦੇ ਦੀਦਾਰ ਕਰ ਸਕਦਾ, ਜਿਉਂਦੇ ਜੀ ਬੈਕੁੰਠ ਧਾਮ ਦਾ ਵਾਸੀ, ਬੇਗਮਪੁਰ ਸ਼ਹਿਰ ਦਾ ਵਾਸੀ ਬਣ ਸਕਦਾ। ਕਲਯੁਗ ਦੇ ਵਿੱਚ ਇਸ ਤਰ੍ਹਾਂ ਦੀ ਬਖਸ਼ਿਸ਼ ਬੜੀ ਫਾਸਟ, ਜਿਵੇਂ ਜ਼ਮਾਨਾ ਫਾਸਟ ਚੱਲ ਰਿਹਾ ਨਾ, ਸੰਸਾਰ ਫਾਸਟ ਚੱਲ ਰਿਹਾ ਨਾ, ਤੇ ਗੁਰੂ ਦੀ ਬਖਸ਼ਿਸ਼ ਵੀ ਫਾਸਟ ਹੀ ਹੈ। ਗੁਰੂ ਦੀ ਬਖਸ਼ਿਸ਼ ਵੀ ਬਹੁਤ ਫਾਸਟ ਹੈ, ਬੜੀ ਤੇਜ਼, ਬੜੀ ਤੇਜ਼ੀ ਦੇ ਨਾਲ। ਇਹ ਕਰ ਕਰੇ ਸੋ ਇਹ ਕਰ ਪਾਏ ਵਾਲੀ ਗੱਲ। ਸੋ ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਗੁਰੂ ਦੀ ਬਖਸ਼ਿਸ਼ ਹੈ ਤਾਂ ਹੀ ਅਸੀਂ ਬੈਠੇ ਹਾਂ, ਗੁਰੂ ਦੀ ਬਖਸ਼ਿਸ਼ ਹੈ ਤਾਂ ਹੀ ਬੋਲ ਰਹੇ ਹਾਂ, ਗੁਰੂ ਦੀ ਬਖਸ਼ਿਸ਼ ਹੈ ਤਾਂ ਹੀ ਦਿਲ ਦਿਮਾਗ ਕੰਮ ਕਰ ਰਹੇ ਆ, ਗੁਰੂ ਦੀ ਬਖਸ਼ਿਸ਼ ਹੈ ਤਾਂ ਹੀ ਚਿੱਤ ਗੁਰੂ ਦੇ ਚਰਨਾਂ ਵਿੱਚ ਲੱਗ ਰਿਹਾ। ਬਖਸ਼ਿਸ਼ ਹੈ ਤੇ ਤਾਂ ਹੀ ਸਾਨੂੰ ਆਨੰਦ ਆ ਰਿਹਾ ਹੈ ਜਾਂ ਆਨੰਦ ਆਏਗਾ। ਸੋ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਦਇਆ ਕਰਨ। ਆਓ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ, ਜੋ ਆਪ ਜੀ ਨੇ ਸ਼ਬਦ ਪੰਕਤੀਆਂ ਸਰਵਣ ਕੀਤੀਆਂ ਹਨ, ਉਸ ਦੀ ਵਿਚਾਰ ਜਿਵੇਂ ਮਹਾਰਾਜ ਜੀ ਪ੍ਰਮਾਨ ਬਖਸ਼ਣਗੇ, ਉਸੇ ਤਰ੍ਹਾਂ ਹੀ ਅਸੀਂ ਗੁਰੂ ਤੋਂ ਬਖਸ਼ਿਸ਼ ਵਿਚਾਰ ਰਾਹੀਂ ਪ੍ਰਾਪਤ ਕਰਦੇ ਹਾਂ। ਮਹਾਰਾਜ ਜੀ ਦਾ ਫਰਮਾਨ ਹੈ, ਜਿਨ੍ਹਾਂ ਅੰਦਰ ਨਾਮ ਨਿਧਾਨ ਹਰ, ਤਿਨ ਕੇ ਕਾਜ ਦੇ ਆਂਦੇ ਰਸ। ਨਾਮ ਨਿਧਾਨ ਦਾ ਮਤਲਬ ਨਾਮ ਦਾ ਖਜ਼ਾਨਾ, ਨਾਮ ਦਾ ਖਜ਼ਾਨਾ। ਜਿਸ ਦੇ ਅੰਦਰ ਨਾਮ ਦਾ ਖਜ਼ਾਨਾ ਹੈ, ਉਹਨਾਂ ਦੇ ਕਾਰਜ ਕਿਵੇਂ ਰਾਸ ਹਨ। ਕੇਵਲ ਵਾਹਿਗੁਰੂ 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 ਜਪਣ ਦੇ ਨਾਲ ਪੱਕੀ ਪਕਾਈ ਰੋਟੀ ਮੂੰਹ ਵਿੱਚ ਪੈ ਜਾਂਦੀ ਹੈ? ਨਹੀਂ। ਵਾਹਿਗੁਰੂ 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 ਕਹਿਣ ਦੇ ਨਾਲ ਸਾਡੇ ਘਰ ਦੇ ਵਿੱਚ ਸਮਾਨ, ਗਰੋਸਰੀ ਦਾ, ਕੱਪੜਾ ਲੀੜਾ ਜਾਂ ਹੋਰ ਕਈ ਕੰਮ ਕਾਜ ਨੇ, ਉਹ ਆਪਣੇ ਆਪ ਹੋ ਜਾਂਦੇ ਨੇ? ਨਹੀਂ। ਸਾਡੇ ਕਈ ਅੜੇ ਹੋਏ ਕੰਮ ਵਾਹਿਗੁਰੂ 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 ਕਰਨ ਦੇ ਨਾਲ ਕਿਸੇ ਅਫਸਰ ਨੂੰ ਮਿਲੀਏ ਨਾ, ਕਿਸੇ ਮਹਿਕਮੇ ਦੇ ਦਫ਼ਤਰ ਜਾਈਏ ਨਾ, ਕੀ ਉਹ ਕੰਮ ਕਾਰਜ ਰਾਸ ਹੋ ਜਾਂਦੇ ਨੇ? ਨਹੀਂ। ਤੇ ਫਿਰ ਇਹਦਾ ਮਤਲਬ ਕੀ ਹੋਇਆ ਵੀ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਤਿਨਕੇ ਕਾਜ ਦੇ ਆਂਦੇ ਰਾਸ। ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ, ਉਹਨਾਂ ਦੇ ਕਾਰਜ ਰਾਸ ਹੁੰਦੇ ਹਨ। ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ, ਉਹਨਾਂ ਦੇ ਕਾਰਜ ਰਾਸ ਹੁੰਦੇ ਹਨ। ਜੇ ਜਾਣਾ ਵੀ ਪੈਣਾ, ਖੁਦ ਨੂੰ ਕੰਮ ਕਰਨਾ ਪੈਣਾ, ਹਰ ਇੱਕ ਚੀਜ਼ ਨੂੰ ਖੁਦ ਹੀ ਕਰਨਾ ਪੈਣਾ, ਫਿਰ ਵਾਹਿਗੁਰੂ ਕਾਰਜ ਕਿੱਦਾਂ ਰਾਸ ਕਰਦਾ? ਇਹ ਅਸੀਂ ਪਹਿਲਾਂ ਸਵਾਲ ਕਰਦੇ ਹਾਂ, ਤੇ ਫਿਰ ਇਹਦਾ ਉੱਤਰ ਅਸੀਂ ਸਤਿਗੁਰੂ ਤੋਂ ਆਪਣੇ ਮਨ ਵਿੱਚ ਸਵਾਲ ਕਰਨਾ ਚੰਗੀ ਗੱਲ। ਅਸੀਂ ਇੱਥੇ ਉੱਤਰ ਲੈਣ ਲਈ ਆਏ ਹਾਂ। ਇਹ ਤੇ ਹੋ ਗਿਆ ਸਵਾਲ, ਇਹਦਾ ਉੱਤਰ ਅਸੀਂ ਮਹਾਰਾਜ ਜੀ ਕੋਲ ਲੈਂਦੇ ਹਾਂ। ਸਾਨੂੰ ਕਿਸੇ ਵੀ ਸਰਕਾਰੀ ਦਫ਼ਤਰ ਕੰਮ ਕਰਾਉਣਾ, ਜਾਣਾ ਤੇ ਆ ਪੈਣਾ, ਤੇ ਫਿਰ ਅਸੀਂ ਕਿਉਂ ਕਹਿੰਦੇ ਹਾਂ ਮੇਰੇ ਸਤਿਗੁਰ ਨੇ ਕਾਰਜ ਰਾਸ ਕੀਤਾ। ਰੋਟੀ ਕਮਾਣ ਆਪ ਹੀ ਜਾਂਦੇ ਹਾਂ, ਦੁਕਾਨ ਆਪ ਹੀ ਖੋਲ੍ਹਦੇ ਹਾਂ, ਜੋਬ ਆਪ ਹੀ ਜਾਂਦੇ ਹਾਂ, ਕਿਰਸਾਨੀ ਆਪ ਹੀ ਕਰਦੇ ਹਾਂ, ਫਿਰ ਅਸੀਂ ਕਿਉਂ ਕਹੀਏ ਵੀ ਕਾਰਜ ਸਾਡੇ ਸਤਿਗੁਰ ਨੇ ਰਾਸ ਕੀਤਾ। ਇਹ ਸੋਝੀਵਾਨ ਦੇ ਲਈ ਵਿਚਾਰ ਹੈ। ਜਿਸ ਨੂੰ ਸੋਝੀ ਨਹੀਂ, ਉਹ ਇਸ ਤਰ੍ਹਾਂ ਨਹੀਂ ਕਹਿੰਦਾ। ਜਿਸ ਨੂੰ ਸੋਝੀ ਹੈ, ਉਹ ਕਹਿੰਦਾ ਕਾਰਜ ਮੇਰਾ ਸਤਿਗੁਰੂ ਰਾਸ ਕਰਦਾ। ਚਲੋ ਪੁਆਇੰਟ ਤੇ ਆਉਂਦੇ ਹਾਂ। ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਜਿਨ੍ਹਾਂ ਦੇ ਅੰਦਰ ਨਿਤਨੇਮ ਹੈ, ਜਿਨ੍ਹਾਂ ਦੇ ਅੰਦਰ ਬਖਸ਼ਿਸ਼ ਹੈ, ਧਿਆਨ ਦੇਣਾ, ਉਹਨਾਂ ਦੇ ਫੁਰਨੇ ਬੜੇ ਵਧੀਆ ਬਣਦੇ ਨੇ। ਆ ਗਈ ਨਾ ਗੱਲ? ਜਿਨ੍ਹਾਂ ਦੇ ਅੰਦਰ ਰੱਬ ਦਾ ਭੈ ਹੈ, ਰੱਬ ਨਾਲ ਪਿਆਰ ਹੈ, ਉਹਨਾਂ ਦੀ ਸੋਚ ਬੜੀ ਵਧੀਆ ਚੱਲਦੀ ਹੈ। ਦੇਖੋ, ਜਦ ਦਿਮਾਗ ਵਿੱਚ ਸੋਚ ਪੈਦਾ ਹੁੰਦੀ ਹੈ, ਪਲਾਨ ਬਣਦਾ ਕਿਸੇ ਚੀਜ਼ ਦਾ। ਧਿਆਨ ਦੇਣਾ, ਕੋਈ ਬਿਜ਼ਨਸ ਮਾਈਂਡਡ ਬੰਦਾ, ਉਹਦੇ ਪਰਮਾਤਮਾ ਹੀ ਉਹਦੇ ਅੰਦਰ ਆਪ ਹੀ ਇੱਦਾਂ ਦੀ ਸੋਚ ਪੈਦਾ ਕਰ ਸਕਦਾ, ਕਰ ਦਿੰਦਾ ਵੀ ਤੂੰ ਇਹ ਕੰਮ ਕਰ, ਇਹਦੇ ਵਿੱਚ ਤੈਨੂੰ ਇੰਨਾ ਪ੍ਰੋਫਿਟ ਹੋ ਸਕਦਾ। ਮੋਲਡ ਕਿਹਨੇ ਕੀਤਾ? ਪ੍ਰੇਰਨਾ ਕਿਹਨੇ ਕੀਤੀ? ਉਸ ਸਤਿਗੁਰ ਨੇ।
कई वड्डे वड्डे बिजनेसमैन फेल हो जाते हैं, बड़ी कोशिश करते हैं, बड़ी मुशक्कत करते हैं। कल भी सरवण किया सी, मेहरबान दी मेहर तो बगैर ते पैंदे खा भी नहीं जितया सी, असी की जितना। इस करके जिन्ने भी दुनिया दे विच असी काम करते हैं, इत्थों तक के सौंदे ते उठते भी जिहड़ा है ना, जे गुरु की बख्शिश है तो सौना भी सफल ते उठना भी सफल हो सकता है। जे वो नाम का खजाना साढ़े अंदर है, साडा दिन भी खुशियां भरा हो सकता है नाम के खजाने करके। ते साडा जिहड़ा सुत्तिया होया रैन है ना, वो भी साडी लेखे विच लग सकती है, सफल हो सकती है, क्योंकि जिहड़ी बाणी है नाम का खजाना है, ये साडे विचारां नूं बहुत प्रभावशाली बनाउंदा है, बहुत वड्डे बनाउंदा है, बहुत उच्चे ते सुच्चे बनाउंदा है। ते जदों किसी दे विचार, किसी दी सोच पाक पवित्र हो गई तो बड़ी क्लीयर पंक्ति है, सुच होवे तां सच पाई है। तो फिर जिस दे अंदर सत्संग जी परमात्मा की बख्शिश होंदी है, ਉਹਦਾ एक एक कदम ਜਿਹੜਾ है वो गुरमत के मुताबिक ही उठदा जां चलदा। ਉਹਦੀ हर एक चीज़ जिहड़ी है गुरु के आसरे के द्वारा ही चलती है। फिर असी कह सकते हाँ, जिन्हां अंदर नाम निधान हर तिनके काज दे आंदे राज। महाराज जी ने उन्होंने कारज जिहड़े ने, चाहे दुनियावी है चाहे अंदरली खेती है, वो सारे ही कारज रास कर दिते ते उन्हां कारजां दे विच महाराज जी ने बरकत पा दी, मेहर कर दी। जे किसी ने किसी साधु की संगत की होएगी तो उन्होंने पता होएगा, किसी साधु की संगत की होएगी, ਉਹਦੇ ਕੋਲ बैठा होएगा, कुछ गल्लां साझियां कीतियां होणगियां, उसने कुछ बचन किए होणगे, ते वो चीज़ां प्रैक्टिकल सानू दर्शाउंदियां हन भी नाम निधान का खजाना जां बख्शिश किवें काम करदी है। जो इंसान कदी किसी सतपुरख जां गुरमुख कोल बैठा नहीं, ਜਾਂ ਜੋ ਧੰਨ ਧੰਨ श्री गुरु ग्रंथ साहब जी की हजूरी दे विच नहीं आया, उसका विश्वास गुरु ते बनना बहुत 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 ज़्यादा मुश्किल है। सो इस करके वो कई बार कहता भी, जिदा हरनाकश की तुसीं कथा सुनी सी पिछले दिन होले महल्ले ते, भी वो कहता सब कुछ कारज मैं ही करदा, मैं ही भगवान, मैं ही रब। ते जद के बाणी कहती है भी करन वाला एक है, देन वाला एक है, करता पुरख एक है, तू करता करना मैं नाही, जाहो करी ना हो। वो करता ही करता, लगता इदा है जिवें कबीर जी की विसाखी भी सुनी तुसीं। कबीर जी की घरवाली कहती तुसीं करदे सी, वो कहंदे मैं नहीं करदा, मैं तो कभी करदा ही नहीं। इंसान जिंदगी विच कर की सकता है, ठेठ पंजाबी च आखां इसदी औकात नहीं कुछ कर सके, नहीं औकात, नहीं औकात। सच्ची गल कहना, ये मैं अपनी प्रैक्टिकल गल करदा। साडी कोई ताकत नहीं, कोई औकात नहीं असी कुछ कर सकीए। देखो जिन्ने असी बैठे हाँ सारिਆਂ ਦੇ शरीर ने मशीनरी है, ढिले होंदे ने सारिਆਂ ਦੇ शरीर, मेरा भी हुंदा तुहाडा भी हुंदा है, पर गुरु नूं नक रगड़ रगड़ के ये कहीदा तेरी सेवा है, तेरी सेवा है। मर जावांगे पर तेरी सेवा छड्डण नूं दिल नहीं करदा, ते ना ही 1% भी इस तरह भी सेवा तो वांझे हो जाइए ते जां भी भज्जीए। जिहड़ा भजदा है उन्होंने आपे ही मार जी ठोकर ठोकर मार के उधर कर दिंदा। जिहदे अंदर चाहत है ना, उन्हां सुत्तियां नूं भी बांह फड़ के महाराज जी तोड़ लैंदा, कहंदा चल। बड़े प्रैक्टिकल होए ने, मैं साझे नहीं करना चाहुंदा। वो महाराज जी कहंदे चल तेरे नाल तेनू कख नहीं होण लगा।
ਡਿੱਗੇ ਨੂੰ ਇੱਕਦਮ ਹੀ ਉਠਾਲ ਕੇ ਮਹਾਰਾਜ ਜੀ ਬਿਠਾ ਦਿੰਦੇ ਨੇ। ਇਹ ਸੱਚ ਹੈ ਭਾਈ, ਇਹ ਸੱਚ ਹੈ, ਇਹ ਸੱਚ ਹੈ। ਪੰਕਤੀ ਬੜੀ ਪਿਆਰੀ ਚੱਲੀ ਹੈ। ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨਕੇ ਕਾਜ ਦੇ ਆਂਦੇ ਰਸ। ਮੈਂ ਹੁਣ ਚਲੋ ਆਪਣੀ ਉਦਾਹਰਨ ਇੱਕ ਦੇ ਹੀ ਦੇਣਾ। ਆ ਜਦੋਂ ਮੇਰੀ ਇਹ ਉਂਗਲੀ ਤੇ ਸੱਟ ਲੱਗੀ ਆ ਸਾਹਮਣੇ ਕੈਮਰੇ ਤੇ ਦੇਖਦੀ, ਉਹ ਡਾਕਟਰ ਸਾਹਿਬਾਨ ਕਹਿੰਦਾ ਭਾਈ ਸਾਹਿਬ ਇਸ ਉਂਗਲੀ ਨੂੰ ਕੱਟਣਾ ਪੈਣਾ, ਇਹਦੇ ਵਿੱਚ ਤੇ ਕੱਖ ਵੀ ਨਹੀਂ। ਮੈਂ ਕਿਹਾ ਜੀ ਇਹ ਤੇ ਬੜਾ ਔਖਾ ਕੰਮ ਹੈ। ਨਹੀਂ ਤੇ ਫਿਰ ਕਹਿੰਦੇ ਇਹਦੇ ਤੇ ਕੋਈ ਮਾਸ ਕੱਟ ਕੁੱਟ ਕੇ ਲਾ ਦਿਓ। ਮੈਂ ਕਿਹਾ ਵੀ ਇਹ ਵੀ ਗੱਲ ਨਹੀਂ ਠੀਕ, ਇੱਕ ਜ਼ਖਮ ਹੋਰ ਕਰ ਦਿਓਗੇ ਤੁਸੀਂ। ਮੈਂ ਕਿਹਾ ਹੋਰ ਕੀ ਹੈ, ਕਿਉਂਕਿ ਉਹਨਾਂ ਨੇ ਆਪਣੇ ਪੈਸੇ ਵੀ ਬਣਾਉਣੇ ਹੁੰਦੇ। ਉਹ ਟੂਟੀਆਂ ਟਾੜੀਆਂ ਲਾਉਣ ਨੂੰ ਬਿਲਕੁਲ ਤਿਆਰ ਦੇ। ਉੱਧਰ ਕਰੋਨਾ ਵਾਇਰਸ ਪੂਰਾ ਫੁੱਲ ਜੋਰਾਂ ਦੇ, ਪਿਛਲੇ ਸਾਲ ਹੀ ਮਈ 26 ਤਰੀਕ। ਅਤੇ ਮੈਂ ਉਹ ਟੂਟੀਆਂ ਟਾਟੀਆਂ ਤੇ ਕੋਈ ਲਵਾਈਆਂ ਨੇ। ਮੈਂ ਸਤਿਗੁਰੂ ਨੂੰ ਹੀ ਕਿਹਾ, ਮੈਂ ਕਿਹਾ ਸੱਚੇ ਪਾਤਸ਼ਾਹ ਜੇ ਇਹਨਾਂ ਨੇ ਪਿੰਜਰੇ 'ਚ ਜਕੜ ਲਿਆ, ਇਹਨਾਂ ਨੇ ਕੁਛ ਦਾ ਕੁਛ ਬਣਾ ਦੇਣਾ ਵੀ ਮੇਰੇ ਅੰਦਰ, ਮੈਂ ਤਾਂ ਮਰ ਜਾਵਾਂਗਾ ਤੇਰੀ ਸੇਵਾ ਕਰਨ ਤੋਂ ਬਗੈਰ। ਕਿਹਾ ਮੈਂ ਅੰਦਰੋਂ ਚਾਹੁੰਦਾ ਆਪ ਜੀ ਨੂੰ, ਮੈਂ ਨਹੀਂ ਚਾਹੁੰਦਾ ਮੇਰੇ ਨਿਤਨੇਮ 'ਚ ਕੋਈ ਸੱਚੇ ਪਾਤਸ਼ਾਹ ਵਿਘਨ ਪਏ, ਅਤੇ ਮੈਂ ਨਹੀਂ ਚਾਹੁੰਦਾ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੋਏ। ਮਿਹਰ ਕਰੋ, ਮਿਹਰ ਕਰੋ। ਫਿਰ ਉਹ ਵਰਤਦਾ ਤਾਂ ਆਪ ਹੀ ਹੈ ਨਾ, ਫਿਰ ਵਰਤਦਾ ਆਪ ਹੀ ਆ। ਸਪੈਸ਼ਲ ਡਾਕਟਰ ਨੂੰ ਫੋਨ ਕਰਕੇ ਬੁਲਵਾਇਆ, ਫਿਰ ਉਹਦੇ ਨਾਲ ਗੱਲਬਾਤ ਕੀਤੀ। ਮੈਂ ਕਿਹਾ ਡਾਕਟਰ ਸਾਹਿਬ ਗੱਲ ਇਹ ਹੈ ਵੀ ਸੱਚੇ ਸੱਚ ਆਪਣੀ ਧਰਮ ਦੇ ਨਾਲ ਵੀ ਮੈਂ ਤੇ ਗੁਰੂ ਦਾ ਸੇਵਾਦਾਰ ਹਾਂ, ਸੇਵਾ ਕਰਦਾ ਵੀ ਆਹ ਕੰਮ ਲੰਬਾ ਪੈ ਜਾਣਾ ਅਤੇ ਕੋਈ ਦੇਖੋ ਕੋਈ ਮਿਹਰ ਕਰੋ। ਮੈਂ ਕਿਹਾ ਹੋ ਨਹੀਂ ਸਕਦਾ ਕਿਸੇ ਤਰੀਕੇ ਨਾਲ, ਉਹ ਛੇਤੀ ਆਪਣੇ ਪੈਰਾਂ 'ਤੇ ਨਾ ਆਵੇ, ਕਿਉਂਕਿ ਉਹ ਬਿਜ਼ਨਸ ਹੈ ਉਹਨਾਂ ਦਾ। ਉਹਨਾਂ ਨੇ ਉੱਦਾਂ ਦਵਾਈ ਦੇ ਕੇ ਤੋਰ ਦੇਣਗੇ, 500,000 ਰੁਪਏ ਨਾਲ ਕੀ ਬਣਨਾ। ਜਦੋਂ ਕਿਸੇ ਦਾ ਆਪਰੇਸ਼ਨ ਕਰਨਗੇ 25, 30, 50,000 ਰੁਪਈਆ ਵੀ ਬਣਨਾ ਅਤੇ ਦਵਾਈਆਂ ਵੀ ਲੱਗਣੀਆਂ ਹਨ। ਸੋ ਉਹਦੇ ਮਨ ਵਿੱਚ ਸ਼ਾਇਦ ਸਤਿਗੁਰ ਨੇ ਮਿਹਰ ਕਰ ਦਿੱਤੀ। ਕਹਿੰਦਾ ਬਈ ਫਿਰ ਔਖਾ ਹੈ, ਟਾਈਮ ਬਹੁਤ ਲੱਗਣਾ, ਇੱਦਾਂ ਔਖਿਆਈ ਸਹਿ ਲਓਗੇ। ਮੈਂ ਕਿਹਾ ਸਹਿਲਾਂਗਾ। ਚਲੋ ਕਹਿੰਦਾ ਮਹਾਰਾਜ, ਉਹਨੇ ਮਤਲਬ ਕੁਝ ਇਸ ਤਰ੍ਹਾਂ ਦੀ ਗੱਲ ਕਰ ਦਿੱਤੀ, ਆਸ ਜੀ ਜਗਾਤੀ। ਮੈਂ ਕਿਹਾ ਜੀ ਛੁੱਟੀ ਦਿਓ। ਉਸ ਨੇ ਮਿੰਟ 5-10 ਰਿਪੋਰਟ ਬਣਾਈ ਅਤੇ ਚੁੱਪ ਕਰਕੇ ਛੁੱਟੀ ਦੇ ਦਿੱਤੀ ਅਤੇ ਮੈਂ ਚੁੱਪ ਕਰਕੇ ਘਰ ਨੂੰ ਆ ਗਿਆ। ਅਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਮੈਂ ਕਹਿ ਰਿਹਾ, ਗੁਰੂ ਦੀ ਬਖਸ਼ਿਸ਼ ਨਾਲ ਉਸੇ ਦਿਨ ਰਾਤ ਨੂੰ 1-2 ਵਜੇ ਆ ਕੇ ਸਵੇਰੇ ਪ੍ਰਕਾਸ਼ ਵੀ ਮਹਾਰਾਜ ਜੀ ਨੇ ਕਰਾਇਆ। ਉਸ ਦਿਨ ਨਿਤਨੇਮ ਸਾਡੇ ਸੈਕਟਰੀ ਸਾਹਿਬ ਨੇ ਕੀਤਾ ਸੀ। ਉਹਦੇ ਤੋਂ ਅਗਲੇ ਦਿਨ ਫਿਰ ਮਹਾਰਾਜ ਜੀ ਨੇ ਸੇਵਾ ਉਸੇ ਤਰ੍ਹਾਂ ਹੀ ਲੈ ਲਈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਆ ਜਿਹੜੀ ਉਂਗਲ ਕਹਿੰਦੇ ਸੀ ਕੱਟਣੀ ਹੈ, ਅਤੇ ਆ ਗੁਰੂ ਮਹਾਰਾਜ ਨੇ ਉੱਦਾਂ ਹੀ ਰੱਖੀ ਹੈ। ਇਹ ਸੱਚੇ ਪਾਤਸ਼ਾਹ ਦੀ ਮੈਂ ਕੋਈ ਮਾਣ ਜਾਂ ਹੰਕਾਰ ਦੀ ਗੱਲ ਨਹੀਂ ਕਰਦਾ, ਵਿਸ਼ਵਾਸ ਦੀ ਗੱਲ ਕਰਦਾ। ਗੁਰੂ ਚਾਹੇ ਤੇ ਉਹ ਕੱਢ ਲੈਂਦਾ, ਜਿੱਥੋਂ ਮਰਜ਼ੀ ਕੱਢ ਲੈਂਦਾ। ਭਰੋਸਾ ਇੰਨਾ ਹੋਣਾ ਚਾਹੀਦਾ ਵੀ ਗੁਰੂ ਜੀ ਹੁਣ ਰਾਖ ਪ੍ਰਭੂ ਭਾਵੇਂ ਮਾਰ। ਦੇਖੋ ਦੁੱਖ ਸੁੱਖ ਜ਼ਿੰਦਗੀ ਦਾ ਅੰਗ ਹੈ, ਤੁਹਾਡੇ ਮੇਰੇ ਸਾਰਿਆਂ ਦੇ ਵਿੱਚ ਆਉਣੇ ਨੇ। ਇਹ ਨਹੀਂ ਵੀ ਜਿਹੜਾ ਕੋਈ ਨਾਮ ਜਪਦਾ ਕੀਰਤਨ ਕਥਾ ਕਰਦਾ ਉਹਨੂੰ ਪਰਿਵਾਰ ਵਿੱਚ ਕੋਈ ਦੁੱਖ ਨਹੀਂ ਆਉਂਦਾ, ਉਹਨੂੰ ਹੋਰ ਕੋਈ ਕੁਝ, ਕਿਉਂਕਿ ਆਉਂਦੇ ਸਭ ਨੂੰ ਹੈ, ਪਰ ਸਤਿਗੁਰੂ ਜੀ ਉਹਨੂੰ ਬਿਲਕੁਲ ਛੋਟਾ ਕਰਦੇ ਜਾਂ ਮਹਿਸੂਸ ਹੀ ਨਹੀਂ ਹੋਣ ਦਿੰਦੇ। ਜਿਵੇਂ ਕੱਲ੍ਹ ਵੀ ਤੁਸੀਂ ਸਰਵਣ ਕੀਤਾ ਸੀ, ਬਿੱਲੀ ਆਪਣੇ ਬਲੂੰਗੜਿਆਂ ਨੂੰ ਦੰਦ ਨਹੀਂ ਲੱਗਣ ਦਿੰਦੀ। ਸੋ ਇਹ ਪ੍ਰੈਕਟੀਕਲ ਹੈ। ਬਾਣੀ ਦੀ ਤਾਕਤ ਬਹੁਤ ਕਮਾਲ ਦੀ ਹੈ, ਬਹੁਤ ਕਮਾਲ ਦੀ। ਇਸ ਕਰਕੇ ਇਸ ਬਾਣੀ ਤੋਂ ਬਗੈਰ ਤੇ ਮਰ ਜਾਵਾਂਗੇ। ਮਹਾਰਾਜ ਜੀ ਕਹਿੰਦੇ ਐਵੇਂ ਥੋੜ੍ਹਾ ਗੁਰੂ ਨਾਨਕ ਨੇ ਕਹਿ ਦਿੱਤਾ ਸੀ, ਉਹ ਆਖਾਂ ਜੀਵਾਂ ਵਿਸਰੇ ਮਰ ਜਾਓ, ਜੇ ਤੂੰ ਮੈਨੂੰ ਵਿਸਰ ਗਿਆ ਤਾਂ ਮੈਂ ਮਰ ਜਾਣਾ। ਮਰਦਾਨੇ ਨੂੰ ਕਿਹਾ ਸੀ ਗੁਰੂ ਨਾਨਕ ਦੀ ਮਾਂ ਨੇ, ਉਹ ਮੇਰਾ ਬੱਚਾ ਜਿਹੜਾ ਇਹ ਤੇ ਰਹਿ ਨਹੀਂ ਸਕਦਾ, ਕੀਰਤਨ ਨਾਮ ਭਜਨ ਭੋਜਨ ਤੋਂ ਬਿਨਾ ਮਰਦਾਨਿਆਂ ਦਾ ਖਿਆਲ ਰੱਖੀ। ਰੋਟੀ ਤੋਂ ਬਗੈਰ ਤੇ ਕਈ ਦਿਨ ਕੱਢ ਜਾਂਦਾ, ਰੋਟੀ ਤੋਂ ਬਗੈਰ ਤੇ ਦਿਨ ਕਈ ਕੱਢ ਜਾਂਦਾ, ਪਰ ਇਹ ਵਾਹਿਗੁਰੂ ਦੇ ਨਾਮ ਤੋਂ ਬਿਨਾ, ਪ੍ਰੀਤਮ ਦੇ ਕੀਰਤਨ ਤੋਂ ਬਿਨਾ, ਉਹਦੀ ਯਾਦ ਤੋਂ ਬਿਨਾ ਇਹ ਰਹਿੰਦਾ ਨਹੀਂ।
इस करके इनू उस कीर्तन रूपी भोजन, नाम रूपी भोजन जदों मेरा पुत नानक कहे ना मैं छकना तो उदों ही ਇਹਦਾ साथ देना, इनू दूर नहीं करना, क्योंकि इनू भुख हमेशा लगती है। साचे नाम की लग गया पुत, तुसीं जिन्ने बैठे सी भुख लगी तां आए हो। सारे असी भुख करके बैठे हैं, नहीं तो असी सौ सकते हैं घर, कोई योगा कर सकता है, कोई सैर कर सकता है, कोई काम कर सकता है। जे तुसी कुछ चिर बहिंदे हो तो गुरु के नाम की तुहाडे अंदर भुख है, ते नाम की भुख जिहड़ी है वो तृष्णा नूं मारदी है। रोटी साडी पेट दे अंदर जिहड़ी तड़फन लगी हुंदी उहनूं खत्म करदी है ना। जो असी नाम जपीदा है ना, कीर्तन कथा सरवण करीदा है ना, ये साडी जिहड़ी जन्म जन्म की आत्मा की भुख है वो मिटदी है, ते असी तृप्त रहे अघाए, असी तृप्त हुंदे आ। सानू इदां लगदा जिद्दां अंदरों सब कुछ मैला, सब कुछ भार, मैं सच कह रहा, इदा लगता भी अज खाली हो गए, कल का मुक गया सारा भार, लेखा मुकाता। जिहड़े कल कोई गलतियां हुई ना महाराज जी ने माफ़ करता, फिर सानू जिद्दां रीचार्ज कहीदा ना भी इदां करके रख दिता, खुशी मिलती है। हल्के हल्के महसूस करते हैं जो गुरु की गोद विचों उठ के जाने, पापां वालों हल्के ते किरपा द्वारा भारे, बख्शिश द्वारा भारे। बाणी विच लिखिया है ठाकुर मेरा भारा, बख्शिश वालों जो आप भारा तो बख्शिश भी वही भारी है। जे आप वड्डा तो बख्शिश भी वही वड्डी है, जे आप खजाना तो दातां भी वह बहुत वड्डियां हैं। इस करके बाणी की पंक्ति विच क्लीयर है जी, जिन्हां अंदर नाम निधान हर तिनके काज दे आंदे रास, जिहदे कारज रास नहीं होंदे उहदे कारज रास हो जाणगे। विच करता पुरख खलोआ वाल ना विंगा होआ, जिंदगी एक कारज है, सब तो वड्डा कारज इस नूं रास करना, होर बाकी कारज तो चलते रहंदे ने, वो तो करने करने महाराज ने। जिहड़ी एक जिंदगी है एक बहुत वड्डा कारज है, इस कारज नूं रास करके असी जाना। अगली पंक्ति तिन चूकी मोहताजी लोकन की, जिन्हां दे अंदर नाम दा खजाना, मोहताजी जिहड़ी है ना ये बड़ी खराब है। मोहताजी जिहड़ी है दुनिया दे विच किसी भी बंदे नूं रब किसी दा मोहताज ना करे। ध्यान देना, बाबे फरीद ने तो इत्थों तक कहता सी अपने अल्लाह नूं भी फरीदा बार पराईए बैसना साई मुझे ना दे, किसे दे कार किसे दे दर किसे तो इदा हथ अड्डण दे लई मैनू किसे दे उपर डिपेंड ना होना पवे, मेरे ते मेहर कर। मैं जे मंगा ते तेथों मंगा, जे नक रगड़ा ते तेरे दर ते रगड़ा। बार पराईए बैसना साई मुझे ना दे, जे तू इवें रख सी जियो शरीरो ले। मोहताजी किसे कोई वरतन वाली चीज़ करके नहीं होंदी, शरीर भी मोहताज हो जाता है, गुलाम भी कह सकते हैं। मनुख की सोच भी मोहताजी कई बार कर लेंदी है। मनुख दा गुस्ताखी माफ, चरित्र मनुख की जमीर भी कई बार मोहताजी भरनी शुरू कर देंदी है। ये सारियां एक तरह दियां नहीं, कई तरह दियां मोहताजियां हैं। इदां दी मोहताजी ना होवे। मोहताजी दे बाद ये गल जरूर सानू आनी चाहिए वे, मोहताजी का मतलब ये नहीं किसी का सत्कार नहीं करना, किसी का शुकराना नहीं करना, किसी नूं थैंक यू नहीं कहना। जे साडी किसी ने हैल्प की है ना वह वार वार थैंक्स धन्यवाद करना, ये सभ्यता है। ये साडे गुरु जी ने भी सानू दस्या। उन्होंने किते कोई मोहताजी ना समझ ले, अपने वड्डे दे पैरां विच झुकना, वार वार झुकना, सत्कार करना, आदर करना, मान करना, दीद करनी, इनू कोई मोहताजी ना समझ ले। और कोई मेरी गल सुन के इधरले पासे नूं तुर पवे नहीं, उस तरह की मोहताजी नहीं करनी जिहड़ी मोहताजी रब नूं पसंद ना होवे, जिहदे करके बंदे दा तन मन तड़फ जाए।
ਸਤਿਕਾਰ ਦੇਣ ਨਾਲ ਸਤਿਕਾਰ ਪ੍ਰਾਪਤ ਹੁੰਦਾ ਹੈ। ਇਹ ਮੁਹਤਾਜੀ ਨਹੀਂ, ਝੁਕਣਾ ਮੁਹਤਾਜੀ ਨਹੀਂ, ਮਤਲਬ ਸਤਿਕਾਰ ਦੇ ਵਿੱਚ ਝੁਕਣਾ ਮੁਹਤਾਜੀ ਨਹੀਂ, ਲਾਲਚ ਵਿੱਚ ਲੋਭ ਦੇ ਵਿੱਚ ਝੁਕਣਾ ਹੋ ਸਕਦਾ ਮੁਹਤਾਜੀ ਬਣ ਜਾਏ। ਇਹ ਚੀਜ਼ਾਂ ਤੋਂ ਦੂਰ ਰਹਿਣਾ। ਸੋ ਗੁਰੂ ਮਹਾਰਾਜ ਜੀ ਕਹਿੰਦੇ ਤਿੰਨ ਚੂਕੀ ਮੁਹਤਾਜੀ ਲੋਕਣ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ। ਉਹ ਦੁਨੀਆ ਦੇ ਵਿੱਚ ਕਦੇ ਮੁਹਤਾਜ ਨਹੀਂ ਹੋਣਗੇ ਕਿਸੇ ਦੇ। ਸੋ ਜਦ ਇਨਸਾਨ ਓਲਡ ਏਜ ਹੁੰਦਾ ਫਿਰ ਕਈ ਵਾਰ ਨਾ ਮੁਹਤਾਜੀ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇ ਮਹਾਰਾਜ ਜੀ ਦੀ ਕਿਰਪਾ ਰਹੇ ਤੇ ਇਹ ਦਿਨ ਦੇਖਣ ਨਹੀਂ ਦਿੰਦਾ ਰੱਬ। ਧਿਆਨ ਦੇਣਾ, ਇਹ ਅਸੀਂ ਸ਼ਬਦ ਪੜ੍ਹਨਾ ਹੀ ਵੀ ਮੁਹਤਾਜ ਨਹੀਂ ਅਸੀਂ ਕਿਸੇ ਦੇ ਹੋਣਾ। ਜਦ ਸਾਡੇ ਬਾਬਾ ਜੀ ਕਹਿੰਦੇ ਪਏ ਨੇ ਭਗਤ ਜੀ, ਅਸੀਂ ਵੀ ਕਹਿ ਸਕਦੇ ਹਾਂ। ਸੋ ਉਸ ਕਿਉਂਕਿ ਅਸੀਂ ਸਾਰੇ ਦਿਨ ਬ ਦਿਨ ਘਟਦੇ ਜਾ ਰਹੇ ਹਾਂ। ਦਿਨ ਤੇ ਪੈਰ, ਪੈਰ ਤੇ ਘੜੀਆਂ, ਔਦ ਘਟੇ ਤਨ ਛਿਜੇ। ਸਾਡੇ ਹੱਥਾਂ ਦੇ ਵਿੱਚ ਤਾਕਤ ਕੰਬਣਾਪਣ ਸ਼ੁਰੂ ਹੋ ਜਾਣਾ ਹੌਲੀ ਹੌਲੀ ਜਿਉਂ ਜਿਉਂ ਸਾਡੀ ਏਜ ਵੱਧਦੀ ਜਾਣੀ ਹੈ। ਇਹ ਬਾਣੀ ਦੇ ਵਿੱਚ ਬਹੁਤ ਪਹਿਲਾਂ ਕਲੀਅਰ ਕਰ ਦਿੱਤਾ ਗਿਆ। ਸੋ ਅਸੀਂ ਅਖੀਰ ਤੱਕ ਕਿਸੇ ਦੇ ਮੁਹਤਾਜ ਨਾ ਹੋਈਏ, ਇੱਕੋ ਦਾ ਮੁਹਤਾਜ ਬਣ ਜਾਣਾ। ਉਹ ਕਿਹਦਾ? ਗੁਰੂ ਨਾਨਕ ਦਾ। ਜਿਹੜਾ ਗੁਰੂ ਨਾਨਕ ਦਾ ਚਾਕਰ ਬਣਿਆ, ਗੁਰੂ ਨਾਨਕ ਦਾ ਗੋਲਾ ਬਣਿਆ, ਗੁਰੂ ਨਾਨਕ ਦਾ ਕੁੱਕਰ ਬਣਿਆ, ਗੁਰੂ ਨਾਨਕ ਦਾ ਦਾਸ ਬਣਿਆ, ਗੁਰੂ ਨਾਨਕ ਨੇ ਉਸ ਨੂੰ ਕਿਸੇ ਦਾ ਮੁਹਤਾਜ ਹੋਣ ਹੀ ਨਹੀਂ ਦਿੱਤਾ। ਉਹਨੂੰ ਕਹਿੰਦੇ ਨੇ ਰੱਖੇ ਰੱਖਣਹਾਰ ਆਪ ਉਭਾਰਿਆਨ, ਗੁਰ ਕੀ ਪੈਰੀ ਪਾਏ ਕਾਸਵਾਰਿਨ। ਆਮ ਕਰਕੇ ਡਰ ਰਹਿੰਦਾ ਬਜ਼ੁਰਗਾਂ ਨੂੰ, ਸਾਡਾ ਪਤਾ ਨਹੀਂ ਕੀ ਬਣਨਾ, ਸਾਨੂੰ ਕਿਸ ਨੇ ਸਾਂਭਣਾ ਕਿ ਨਹੀਂ ਸਾਂਭਣਾ। ਇੱਦਾਂ ਆ ਜਾਂਦੀ ਹੈ ਨਾ, ਸਾਰਿਆਂ ਦੇ ਮਨ ਵਿੱਚ ਆਉਂਦੀ। ਜਦੋਂ ਕਈ ਵਾਰ ਸਰੀਰ ਠੀਕ ਨਾ ਹੋਵੇ ਜਾਂ ਕੋਈ ਵੀ ਗੱਲ ਹੋ ਜਾਏ, ਕਈ ਵਾਰ ਇੱਦਾਂ ਦੀ ਵਿਚਾਰ ਆ ਜਾਂਦੀ ਹੈ। ਪਰ ਮੈਂ ਵਿਚਾਰ ਕਰ ਰਿਹਾ, ਜਿਸ ਨੇ ਗੁਰੂ ਨਾਨਕ ਦਾ ਪੱਲਾ ਫੜਿਆ, ਗੁਰੂ ਮਹਾਰਾਜ ਕਿਸੇ ਰੂਪ ਦੇ ਵਿੱਚ ਪ੍ਰਗਟ ਹੋ ਕੇ ਕਿਉਂ ਨਾ ਆਏ, ਉਹਨੂੰ ਡਿੱਗਣ ਨਹੀਂ ਦਿੰਦੇ, ਉਹਨੂੰ ਰੋਲਣ ਨਹੀਂ ਦਿੰਦੇ। ਮੈਂ ਇਸ ਜੀ ਕਹਿ ਸਕਦਾ, ਉਹਦੀ ਲਾਜ ਰੱਖਣਗੇ, ਉਹਨੂੰ ਤੱਤੀ ਵਾਹ ਨਹੀਂ ਲੱਗਣ ਦੇਣਗੇ। ਚਾਹੇ ਉਹ ਠੀਕ ਹੈ ਸਰੀਰ ਕਰਕੇ, ਚਾਹੇ ਨਹੀਂ ਠੀਕ ਹੈ, ਗੁਰੂ ਮਹਾਰਾਜ ਉਹਦੀ ਰੱਖਿਆ। ਚਾਹੇ ਕਿਸੇ ਰੂਪ ਵਿੱਚ ਕਿਸੇ ਦੇ ਅੰਦਰ ਵਸ ਕੇ ਪ੍ਰੇਰਨਾ ਦੇ ਕੇ, ਚਾਹੇ ਕੋਈ ਮਿੱਤਰ ਦੇ ਰੂਪ ਵਿੱਚ, ਸੰਬੰਧੀ ਦੇ ਰੂਪ ਦੇ ਵਿੱਚ, ਆਪਣੇ ਦੇ ਰੂਪ ਦੇ ਵਿੱਚ, ਉਹ ਵਰਤ ਜਾਂਦਾ ਹੈ, ਆਪੇ ਹੀ ਵਰਤ ਜਾਂਦਾ। ਇਸ ਕਰਕੇ ਗੁਰੂ ਦਾ ਪੱਲਾ ਅਸੀਂ ਕਦੇ ਨਹੀਂ ਛੱਡਣਾ, ਨਾ ਸਾਨੂੰ ਕਿਸੇ ਦੀ ਮੁਹਤਾਜੀ ਵੀ ਕਰਨੀ ਪਏਗੀ ਤੇ ਨਾ ਸਾਨੂੰ ਕੋਈ ਠੁੱਡੇ ਮਾਰੇਗਾ। ਇਸ ਕਰਕੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਤਿੰਨ ਚੂਕੀ ਮੁਹਤਾਜੀ ਲੋਕਣ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ। ਉਹਦੇ ਮਹਾਰਾਜ ਜੀ ਸਦਾ ਅੰਗ ਸੰਗ, ਸਦਾ ਅੰਗ ਸੰਗੇ ਅਭੰਗੰਗ ਵਿਭੂਤੇ, ਦੁਕਾਲੰ ਪਰਨਾਸੀ ਦਿਆਲੰ ਸਰੂਪੇ। ਇਹ ਕੋਈ ਐਵੇਂ ਗੱਲਾਂ ਜੀਆਂ ਨਹੀਂ ਲਿਖੀਆਂ ਹੋਈਆਂ, ਇਹ ਸੱਚਮੁੱਚ ਰਿਐਲਿਟੀ ਹੈ, ਕਲੀਅਰ ਕੀਤਾ ਹੋਇਆ। ਦੁਕਾਲੰ ਪਰਨਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਉਹ ਸਦਾ ਹੀ ਅੰਗ ਸੰਗ ਹੈ, ਸੀ, ਹੁਣ ਵੀ ਹੈ ਤੇ ਔਰ ਸਦਾ ਹੀ ਰਹੇਗਾ। ਮੁਖ ਪਿਆਓ ਬੈਠਕੋ ਦੈਨ, ਉਦਣ ਵੀ ਦੇਗਾ ਜਦ ਮੰਜੇ ਤੂੰ ਕਦਮ ਪੱਟਿਆ ਨਹੀਂ ਜਾਏਗਾ। ਇਹ ਬਾਣੀ 'ਚ ਲਿਖਿਆ, ਇਹ ਬਾਣੀ ਵਿੱਚ ਲਿਖਿਆ। ਸੋ ਅਗਲੀ ਪੰਕਤੀ, ਹਰ ਪੰਕਤੀ ਵਿੱਚ ਬਹੁਤ ਵੱਡਾ ਪਿਆਰਾ ਗਿਆਨ ਹੈ। ਜਾਂ ਕਰਤਾ ਵੱਲ, ਧਿਆਨ ਦੇਣਾ, ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰੈ ਸਾਬਾਸ। ਦੇਖੋ, ਜੇ ਰੱਬ ਦੀ ਮਿਹਰ ਹੋਵੇ ਤੇ ਉਹ ਸਾਰਿਆਂ ਨੂੰ ਸਾਡੇ ਵੱਲ ਕਰ ਦਿੰਦਾ, ਸਾਰੇ ਸਾਡੀ ਇੱਜ਼ਤ ਪ੍ਰਸ਼ੰਸਾ ਤੇ ਚੜ੍ਹਦੀ ਕਲਾ ਦੇ ਵਿੱਚ ਬਹਿੰਦੇ ਨੇ, ਆਉਂਦੇ ਨੇ। ਤੇ ਜੇ ਪ੍ਰਮਾਤਮਾ ਨਾ ਚਾਹੇ, ਜੇ ਕਰਤਾ ਸਾਡੇ ਵੱਲ ਨਾ ਹੋਵੇ, ਤੇ ਸਾਨੂੰ ਕਿਸੇ ਵੀ ਫੀਲਡ ਦੇ ਵਿੱਚ ਸਫਲਤਾ, ਕਿਸੇ ਵੀ ਜਗ੍ਹਾ ਦੇ ਉੱਪਰ ਸਾਨੂੰ ਵਡਿਆਈ ਜਾਂ ਕੁਝ ਵੀ ਕਹਿ ਸਕਦੇ ਹਾਂ, ਸਾਨੂੰ ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ। ਇਸ ਕਰਕੇ ਕਰਤਾ ਵੱਲ ਹੋਣਾ ਚਾਹੀਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਜਾਂ ਕਰਤਾ ਵੱਲ ਤਾਂ ਸਭ ਕੋ ਵੱਲ। ਜਿਹਦੇ ਉੱਤੇ ਮਹਾਰਾਜ ਜੀ ਦੀ ਅਸੀਸ ਹੁੰਦੀ ਹੈ ਨਾ, ਉਹਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਿਹਦੇ ਤੇ ਮਹਾਰਾਜ ਜੀ ਦਾ ਹੱਥ ਹੋ ਜਾਂਦਾ ਨਾ, ਮਹਾਰਾਜ ਜੀ ਕਹਿੰਦੇ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ। ਮਹਾਰਾਜ ਜੀ ਉਹਦੇ ਵੱਲ ਸਾਰਿਆਂ ਦਾ ਮੂੰਹ ਕਰ ਦਿੰਦੇ ਨੇ, ਚਲੋ।
ये मेरा सेवक है, इनू अंदरों शांत करके आओ। बरकत चल मेरे सेवक दे अंदर, प्रेम शरधा भरोसा चल मेरे सेवक दे अंदर। ये बरकत किसी डॉक्टर ने या किसी MBBS डॉक्टर या किसी बहुत बड़े फिलोसफर ने नहीं देनी है। ये बख्शिश अंदरों बरकत, बरकत संतोख प्रेम शरधा भरोसा, ये दुनियावी बंदे को अपने को नहीं हैगा तो उन्हें कितों देना। ਇਹਦਾ मतलब ये चीज़ मिलती है गुरु तो। इस करके करता ਜਾਂ करता वल ਤਾਂ सब को वल। जंज भी क्लीयर कर दिन्ने आ, ਜਿਹੜੇ ਬੰਦੇ ਦੀ ਅੱਜ ਚੜ੍ਹਦੀ ਕਲਾ ਨੈਚੁਰਲੀ ਕੁਦਰਤੀ ਲੋਕ ਉਹਦੇ ਵੱਲ ਆਉਂਦੇ ਨੇ। ਹਮੇਸ਼ਾ ਚੜ੍ਹਦੀ ਕਲਾ ਹੀ ਰਵੇ ਹਰ ਇੱਕ ਦੀ। ध्यान देना, हमेशा चढ़ती कला ही रहे। चढ़ती कला करके लोगों की ये फितरत है, विधान है कुदरत का। जद किसी की ढिंदी कला होंदी है लोग उसनों पुछदे भी नहीं। जा करता वल तां सब को वल, तो जदों किसी का कोई माड़ा समा आ जाए लोग पिछे पैर हटा लेंदे ने, ते जदों कोई चंगा समा आउंदा है तो फिर उहदे घर भी स्पैशल जाते ने। ऐदां दी बख्शिश ऐदां दी मेहर रब सब ते रखे। सब एक दूजे का इसी तरह सत्कार करते रहन। पर उहदे तो पहला सानू रब वल जाना पेगा ते रब नूं अपने वल लियाना पेगा। जां करता वल तां सब को वल, सब दर्शन देख करे शाबाश। जदों सिरजनहार आप हाथ धरदा है, आप मेहर करदा है, तो फिर कोई साडा कुछ बिगाड़ना भी चाहे ना, फिर कोई बिगाड़ नहीं चाह सकता। जो मर्जी कोई करना चाहे कुछ हो ही नहीं सकता। सगों दिनों दिन महाराज जी कहते बंदे दे अंदर नाम का रंग भखदा जाएगा, बख्शिश होर ज़्यादा होंदी जाएगी, बरकतां होर ज़्यादा वधियां जाणगियां। महाराज जी कहते तैनूं इन्ना क दे देना तैनूं समझ नहीं लगनी मैं रखां कित्थे। ये बाणी विच लिखिआ तैनूं इन्ना दे देना तू सोचेगा मैं बस 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 मैं कित्थे रखां। ये सबर वैसे सबर के द्वारा मिलता है। दिंदा दे लैंदे थक पाए, जुगा जुगंतर खाही खाए। कले धन की गल नहीं की, ओदी बख्शिश दी भी है, ओदी सबर संतोख प्रेम रस की गल भी नाल ही है। ऐदां दियां बख्शिशां जिहड़ियां ने वो जुगां जुगां तक कदे भी मुकदियां नहीं। जिवें तुसीं सरवण करदे हो कुलां तक ये बख्शिशां रहिंदियां ने, कुलां तक गुरमत रहिंदी है घर दे विच। जे एक किसे घर कोई संत साधु गुरमुख सिख पूर्ण पैदा हो जाए, ओदियां पीढ़ियां दे विच नैचुरली कुदरती वो जी गुरु की बख्शिश है ना वो रहिंदी है, वो रहिंदी है कुदरती रहिंदी है। हाँ कोई बहुत पूर्वले कर्म करके कोई रूह इदां दी ना आ जावे, नहीं तो बख्शिश हमेशा रहिंदी है। तुसीं देख लेना जिन्ने तुसीं बैठे हो ना गुरु के चरणों में, तुहाडे कोई ना कोई बजुर्ग सज्जे खब्बे कोई ना कोई सतसंगी जरूर होणगे। सवाल ही नहीं पैदा होंदा उस तो बगैर इत्थे कोई बैठा, चाहे कुछ मित्र के रूप दे, चाहे कोई जीवन साथी के रूप दे, चाहे पेरेंट्स के रूप दे, चाहे दादे पड़दादे पिछे ला लीए, कोई ना कोई रूह इदां दी हुंदी है। वो अरदास कर जाती है मेरे कुटुंब मेरे परिवार विच गुरसिੱਖੀ रहे। ध्यान देना इन्हां कोल नाम दान इन्हां नूं बख्शी। असीं भी अज कहंदे ही ना अपने परिवार बारे अरदासां नहीं करदे, साडे परिवार नूं गुरसिੱਖੀ मिले, साडे पुत पोते पोतरियां नूं दोते दोतरियां नूं इन्हां नूं गुरु महाराज मेहर करी। ते साडीआं अरदासां ना भावना नाल उस तक पहुँचदियां ने। ते एह एवें थोड़ा लिखिआ चली पीढ़ी सोढ़ियां रूप दिखावन वारो वारी। ये हो गया सी, कदों हो गया सी? लो जी प्रमाण आ गया। गुरु अमरदास जी तीजे नानक इशनान कर लगे चौंकी ते, इशनान कर लगे महाराज जी दी बेटी भी छोटी नाल बीबी भानी, बीबी भानी नाल किवें कुलां तक जांदी बख्शिश, बीबी भानी भी नाल। ते जदों गुरु अमरदास महाराज जी इशनान कर लगे, क्योंकि कला उन्होंने पिता नहीं सन समझते, कहते ने वो पावा जिहड़ा सी जां तिड़क गया जां वो टुटन वाला सी जां हिलदा सी। महाराज जी दी बेटी ने नीचे हाथ थले हाथ रख दिता
ਤੇ ਉਹਦੇ ਰੱਖਣ ਦੇ ਨਾਲ ਕੋਈ ਚੀਜ਼ ਚੁੱਭ ਗਈ ਤੇ ਗੁਰੂ ਅਮਰਦਾਸ ਜੀ ਦੀ ਬੇਟੀ ਦੇ ਹੱਥ ਦੇ ਵਿੱਚੋਂ ਲਹੂ ਸਿਮਣਾ ਸ਼ੁਰੂ ਹੋ ਗਿਆ ਤੇ ਉਹ ਲਹੂ ਜਦੋਂ ਪਾਣੀ ਦੇ ਵਿੱਚ ਰਲ ਗਿਆ ਤੇ ਪਾਣੀ ਲਾਲ ਹੋ ਗਿਆ। ਗੁਰੂ ਅਮਰਦਾਸ ਜੀ ਨੇ ਇੱਕਦਮ ਦੇਖਿਆ, ਕਹਿੰਦੇ ਪਾਣੀ ਲਾਲ ਕਿੱਦਾਂ ਹੋ ਗਿਆ? ਸਿੱਖਾਂ ਨੇ ਦੱਸਿਆ ਵੀ ਆਪ ਜੀ ਦੀ ਧੀ ਨੇ ਜਿੱਥੇ ਆਪ ਇਸ਼ਨਾਨ ਕਰ ਰਹੇ ਸੀ, ਉਹ ਪੀੜੀ ਜਿਹੜੀ ਸੀ ਉਹਦਾ ਪਾਵਾ ਜਿਹੜਾ ਹੈ ਉਹ ਹਿਲਦਾ ਸੀ, ਕਿਤੇ ਟੁੱਟ ਨਾ ਜਾਵੇ ਜਾਂ ਆਪ ਜੀ ਦੀ ਕੋਈ ਨਰਾਦਰੀ ਨਾ ਹੋ ਜਾਵੇ। ਬੀਬੀ ਨੇ ਆਪਣਾ ਹੱਥ, ਤੁਹਾਡੀ ਬੇਟੀ ਨੇ, ਬੀਬੀ ਭਾਨੀ ਨੇ ਆਪਣਾ ਹੱਥ ਥੱਲੇ ਰੱਖ ਦਿੱਤਾ ਤੇ ਸੱਚੇ ਪਾਤਸ਼ਾਹ ਇੱਕਦਮ ਦਇਆ ਦੇ ਘਰ ਦੇ ਵਿੱਚ ਆ ਗਏ। ਇੱਕਦਮ ਉਹਨਾਂ ਦੇ ਅੰਦਰ ਦਇਆ ਭਾਵਨਾ ਤੇ ਪਹਿਲਾਂ ਹੀ ਹੁੰਦੀ ਹੈ। ਮਹਾਰਾਜ ਜੀ ਕਹਿੰਦੇ, ਪੁੱਤ ਬਹੁਤ ਵੱਡਾ ਕਾਰਜ ਕਰ ਦਿੱਤਾ ਤੂੰ। ਗੁਰੂ ਦੇ ਲਈ ਜਿਹੜਾ ਆਪਣੇ ਲਹੂ ਨੂੰ ਵਗਾ ਦੇਵੇ, ਗੁਰੂ ਫਿਰ ਉਹਦੇ ਲਈ ਕੀ ਨਹੀਂ ਕਰ ਸਕਦਾ। ਮਹਾਰਾਜ ਜੀ ਕਹਿੰਦੇ, ਪੁੱਤਰ ਬਹੁਤ ਖੁਸ਼ ਹਾਂ ਤੇਰੇ ਤੇ, ਦੱਸ ਤੈਨੂੰ ਕੀ ਚਾਹੀਦਾ, ਜੋ ਕਹੇਂਗੀ ਨਾ ਉਹੀ ਤੈਨੂੰ ਮੈਂ ਦੇ ਦੇਣਾ ਅੱਜ। ਤੇ ਫਿਰ ਬੀਬੀ ਭਾਨੀ ਜੀ ਨੇ ਇਹ ਬੇਨਤੀ ਕੀਤੀ ਸੀ, ਜਿਵੇਂ ਮੈਂ ਬੇਨਤੀ ਕਰ ਰਿਹਾ ਸੀ ਨਾ, ਜਦੋਂ ਅਸੀਂ ਅਰਦਾਸ ਕਰੀਦੀ ਹੈ ਨਾ, ਸੱਚੇ ਪਾਤਸ਼ਾਹ ਪਰਿਵਾਰ ਨੂੰ ਚਰਨਾਂ ਨਾਲ ਜੋੜਨਾ, ਮਿਹਰ ਕਰਨੀ, ਵਾਕਈ ਇਹ ਸੱਚੀ ਗੱਲ ਹੈ, ਇਸ ਪ੍ਰਮਾਣ ਤੋਂ ਸਹੀ ਹੋ ਜਾਏਗੀ। ਸੋ ਆਪਣੇ ਪਿਤਾ ਨੂੰ ਬੀਬੀ ਜੀ ਨੇ ਬੇਨਤੀ ਕੀਤੀ, ਮਹਾਰਾਜ ਆ ਜਿਹੜੀ ਗੁਰੂ ਨਾਨਕ ਦੀ ਇਹ ਸੇਵਾ ਹੈ ਨਾ, ਇਹ ਸਾਡੇ ਘਰ ਦੀ ਘਰ ਵਿੱਚ ਰਹੇ, ਘਰ ਹੀ ਕੀ ਵਥ ਘਰੇ ਰਹਾਵੈ, ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੈ, ਦਿਚੈ ਪੂਰਬ ਦੇਵਨਾ ਹੋਰ ਸਜਰਨਾ ਜਰਿਆ ਜਾਵੈ, ਘਰ ਹੀ ਕੀ ਵਥ ਘਰੇ ਰਹਾਵੈ। ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਮਹਾਰਾਜ ਕੁਝ ਸੋਚਣ ਲੱਗ ਗਏ, ਵੱਡੀ ਦਾਤ ਹੈ, ਬਹੁਤ ਵੱਡੀ ਦਾਤ। ਮਹਾਰਾਜ ਜੀ ਕਹਿੰਦੇ, ਵੀ ਪੁੱਤਰ ਦਾਤ ਬੜੀ ਵੱਡੀ ਹੈ, ਤੂੰ ਕਿਹਾ ਵੀ ਇਹ ਜਿਹੜੀ ਗੁਰੂ ਨਾਨਕ ਦੀ ਸੇਵਾ ਗੱਦੀ ਇਹ ਘਰ ਦੀ ਘਰ ਦੇ ਵਿੱਚ ਰਹੇ, ਇਹਦੇ ਵਿੱਚ ਨਾ ਮੁਸ਼ਕਲਾਂ ਬੜੀਆਂ ਹੋਣੀਆਂ ਨੇ, ਕੁਰਬਾਨੀਆਂ ਬੜੀਆਂ ਹੋਣੀਆਂ, ਸ਼ਹੀਦੀਆਂ ਬੜੀਆਂ ਹੋਣੀਆਂ ਨੇ, ਸੋਚ ਲੈ। ਨਹੀਂ ਮਹਾਰਾਜ, ਸੱਚੇ ਪਾਤਸ਼ਾਹ ਸੋਚ ਲਿਆ। ਸੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਿਲਾ ਨੇ ਆਪਣੇ ਪਿਤਾ ਕੋਲੋਂ ਇਹ ਵਰ ਲਿਆ ਵੀ ਘਰ ਦੀ ਘਰ ਦੇ ਵਿੱਚ ਰਹੇ, ਤੇ ਅੱਜ ਅਸੀਂ ਵੀ ਉਹਨਾਂ ਦੇ ਪੁੱਤਰ ਰੂਪ ਧੀਆਂ ਰੂਪਾਂ ਦੇ ਵਿੱਚ, ਖਾਲਸੇ ਦੇ ਰੂਪ ਦੇ ਵਿੱਚ ਅੱਜ ਸਾਨੂੰ ਵੀ ਉਹ ਨਾਮ ਦੀ ਬਖਸ਼ਿਸ਼ ਮਿਲ ਰਹੀ ਹੈ। ਇਹ ਜਿਹੜੇ ਸਾਡੇ ਸਿਰ ਤੇ ਦਸਤਾਰ ਹੈ ਨਾ, ਇਹ ਬੀਬੀ ਭਾਨੀ ਨੇ ਆਪਣੇ ਪਿਤਾ ਗੁਰੂ ਅਮਰਦਾਸ ਕੋਲੋਂ ਮੰਗੀ ਸੀ ਵੀ ਇਹ ਜਿਹੜੀ ਦਾਤ ਹੈ ਨਾ, ਗੁਰਸਿੱਖੀ ਦੀ ਦਾਤ, ਗੁਰਗੱਦੀ ਕੋਈ ਚੌਧਰ ਨੂੰ ਨਹੀਂ ਕਿਹਾ, ਇਹਦੇ ਵਿੱਚੋਂ ਜਿਹੜੀ ਬਖਸ਼ਿਸ਼ ਨਾਮ ਦੀ ਦਾਤ ਹੈ ਘਰ ਦੀ ਘਰ ਵਿੱਚ ਰਹੇ। ਅੱਜ ਸਾਨੂੰ ਉਹ ਸਾਡੀ ਮਾਤਾ ਦੀ ਦਿੱਤੀ ਹੋਈ ਗੁਰਸਿੱਖੀ ਦੀ ਦਾਤ, ਸ਼ਬਦ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਕੀਰਤਨ ਦੀ ਦਾਤ, ਇਹ ਸਾਰੀਆਂ ਵਿੱਚ ਆ ਜਾਂਦੀਆਂ। ਇਹ ਅੱਜ ਸਾਨੂੰ ਗੁਰੂ ਅਮਰਦਾਸ ਜੀ ਦਾ ਵਰ ਅਸੀਂ ਉਹ ਖਾ ਰਹੇ ਹਾਂ, ਅਸੀਂ ਉਹ ਪ੍ਰਾਪਤ ਕਰ ਰਹੇ ਹਾਂ। ਇਸ ਕਰਕੇ ਸਾਡੀ ਕੀਤੀ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ। ਆਪਣੇ ਪਰਿਵਾਰ ਵਾਸਤੇ ਗੁਰਸਿੱਖੀ ਜ਼ਰੂਰ ਮੰਗਣਾ, ਇਹ ਮਿਲੇਗੀ। ਅੱਜ ਨਹੀਂ ਤੇ ਕੱਲ ਕੋਈ ਗੱਲ ਨਹੀਂ। ਅੱਜ ਬੱਚੇ ਜਿਹੜੇ ਨਹੀਂ ਗੁਰਸਿੱਖ ਨਾ, ਕੋਈ ਗੱਲ ਨਹੀਂ, ਘਬਰਾਉਣਾ ਨਹੀਂ, ਉਹਨਾਂ ਤੇ ਇੱਦਾਂ ਦੀ ਮਿਹਰ ਹੋ ਜਾਣੀ ਹੈ, ਉਹਨਾਂ ਨੇ ਦਿਨਾਂ ਦੇ ਵਿੱਚ ਹੀ ਉਹ ਬਣ ਜਾਣਾ, ਤੁਸੀਂ ਹੈਰਾਨ ਹੋਵੋਗੇ ਵੀ ਇੰਨੀ ਕਿਰਪਾ, ਇੰਨੀ ਕਿਰਪਾ, ਇੰਨੀ ਕਿਰਪਾ। ਇਸ ਕਰਕੇ ਅਸੀਂ ਅਰਦਾਸ ਕਰਦੇ ਰਹਿਣਾ। ਸੋ ਆਖਰੀ ਪੰਕਤੀਆਂ ਪੜ੍ਹੀ ਹੈ, ਗੁਰਪੁਰੇ ਕੀ ਵੱਡੀ ਵਡਿਆਈ, ਹਰ ਵੱਡਾ ਸੇਵ ਅਤੁਲ ਸੁਖ ਪਾਇਆ। ਵੱਡੇ ਦੀ ਪਹਿਲਾਂ ਵੀ ਤੁਸੀਂ ਆਪ ਜੀ ਨੇ ਸਰਵਣ ਕੀਤਾ, ਵੱਡੀ ਦਾਤ ਹੈ। ਸੋ ਠੀਕ, ਗੁਰਪੂਰੇ ਕੀ ਵੱਡੀ ਵਡਿਆਈ, ਹਰ ਵੱਡਾ ਸੇਵਾ ਤੁਲ ਸੁਖ ਪਾਇਆ। ਸੋ ਵੱਡੇ ਦੀ ਸੇਵਾ ਕਰਕੇ ਵੱਡੀਆਂ ਹੀ ਦਾਤਾਂ ਸਾਧ ਸੰਗਤ ਜੀ ਮਿਲਣਗੀਆਂ। ਗੁਰਪੂਰੇ ਦਾਨ ਦਿਆ, ਹਰ ਨੇਚਰ ਨਿਤ ਬਖਸ਼ੇ, ਚੜੇ ਸਵਾਇਆ। ਸਵਾਇਆ, ਸੋ ਸਵਾਇਆ ਦਾ ਮਤਲਬ ਹੁੰਦਾ ਵੀ ਵੱਧਦਾ ਜਾਂਦਾ ਹੈ। ਗੁਰਪੂਰੇ ਦਾ ਦਾਨ, ਗੁਰਪੂਰੇ ਦਾ ਦਾਨ ਕੀ ਹੈ? ਗੁਰਪੂਰੇ ਦਾ ਦਾਨ ਕੀ ਹੈ? ਹੁਣ ਅਸੀਂ ਪੜ੍ਹਨਾ। ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਦਾਨਾ ਸੇ ਦਾਨ, ਵੱਡਾ ਦਾਨ ਨਾਮ ਦਾਨ। ਗੁਰਪੂਰੇ ਦਾਨ ਦਿਆ ਹਰ ਨਿਚਲ,
ये पूरा जिहड़ा अटल है, निश्चल का मतलब अटल फिक्स, तो सारे दान सानू रब ने दे देने। असीं अरदास विच मंग लैने मारी जी कोलों, उन्होंने दे देने ने, क्योंकि असीं माड़ी चीज़ तो मंगनी नहीं। बच्चा कहे मैनू अपने पिता जी मैनू ना सोहणियां बुक्स लिया के दिओ, पिता जी मैं पढ़ाई करनी है, मैनू कोई पेंटिंग वास्ते समान लिया के दिओ। वो पिता कहेगा वैरी गुड जरूर देवांगा। तो जो असीं भी अपने सतगुरु नूं कहांगे महाराज दिओ सिक्खी दान, केस दान, रह दान, विवेक दान, वसाह दान, भरोसा दान, दाना से दान वड्डा दान, नाम दान, श्री अमृतसर साहब जी दे दर्शन इशनान, वो भी अमृतसर ते बाणी भी अमृतसर, ये दोनों का इशनान गुरु देगा। गुरपुरे दान दी आर ने चन्नित बख्शे चढ़े सवाया, कोई निंदक वड्याई देख ना सके। देखो किधर नूं हुण मुड़ गया मोड़, ਇਹਦੇ ਵਿੱਚ ਉਹ ਵੀ ਲੈ ਆਂਦਾ ਜਿਹੜਾ ਤੁਹਾਡੀ ਵਡਿਆਈ ਦੇਖ ਕੇ ਖੁਸ਼ ਨਹੀਂ ਹੁੰਦਾ। ਕੋਈ ਨਿੰਦਕ ਵਡਿਆਈ ਦੇਖ ਨਾ ਸਕੇ, ਨਹੀਂ ਦੇਖਦਾ ਤੁਹਾਡੀ ਵਡਿਆਈ ਚੰਗੀ, ਜਿਹਨੂੰ ਨਹੀਂ ਲੱਗਦੀ ਫਿਰ ਸੁਣੋ ਮਹਾਰਾਜ ਦਾ ਹੁਕਮ। ਕਹਿੰਦੇ ਸੋ ਕਰਤੇ ਆਪ ਪਹੁੰਚਾਇਆ, ਮਹਾਰਾਜ ਉਹਨੂੰ ਦੁਖੀ ਕਰਦਾ। ਫਿਰ ਜਿਹੜਾ ਭਗਤਾਂ ਦੀ ਰੱਬ ਦੇ ਪਿਆਰਿਆਂ ਦੀ ਵਡਿਆਈ ਜਿਹੜੀ ਹੈ ਉਹ ਦੇਖ ਕੇ ਉਹਨਾਂ ਦੀ ਨਿੰਦਿਆ ਕਰਦਾ, ਉਹਨਾਂ ਨੂੰ ਬੁਰਾ ਕਹਿੰਦਾ, ਉਹਨਾਂ ਦੀ ਨਿਰਾਦਰੀ ਕਰਦਾ। ਪਾਤਸ਼ਾਹ ਜੀ ਕਹਿੰਦੇ ਕੋਈ ਨਿੰਦਕ ਵਡਿਆਈ ਦੇਖ ਨਾ ਸਕੈ, ਸੋ ਕਰਤੇ ਆਪ ਪਹੁੰਚਾਇਆ। ਕਰਤਾ ਪੁਰਖ ਨੂੰ ਬੜੀ ਸਜ਼ਾ ਦਿੰਦਾ, ਬੜੀ ਸਜ਼ਾ ਦਿੰਦਾ। ਧਿਆਨ ਦੇਣਾ, ਸਾਡੇ ਦੁੱਖਾਂ ਦਾ ਕਾਰਨ बड़ा कुछ है। चलो समा हो गया, इस करके दूसरे दी चढ़दी कला नू देख के ओदी होर चढ़दी कला लई अरदास कर दिओ। बस किसी दी चढ़दी कला नू देख के ओदी होर चढ़दी कला दी अरदास कर दिओ, तुसीं ओदे नाल ज़्यादा चढ़दी कला 'च जाओगे। दूसरे नू देख के ओदी ढिंदी कला दी अरदास कर दिओ, ओदी चढ़दी कला हो जानी अपनी ढिंदी कला। ये बाणी विच लिखिया करते आप पचाया, उन्नू महाराज जी कहंदे रब साड़ दिंदा ईरखा दी अग दे विच, उन्हों नफरत की अग दे विच साड़ दिंदा। वो आप भी दुखी हुंदा ते घरदियां नूं फिर दुखी कर दिंदा। जन नानक गुण बोले करते के भगतां नूं सदा रखदा आया। सो गुरु नानक महाराज जी कहते, गुरु नानक पातशाह जी नूं हाजिर नाज के गुरु रामदास जी फरमान करदे, उस सिरजनहार दे मैं गुण गाउंदा हाँ। जन नानक गुण बोले करते कि भगतां नूं सदा रखदा आया। वो भगतां दी सदा ही राखी जां उन्हां दी इज्जत पत हमेशा लोक ते परलोक दे विच हर युग युग भगती उपाया पैज रखदा आया। राम राजे सदा रखदा आया, रखदा रहेगा। सो गुरु महाराज जी मेहर करन। सत्संग जी बेनती है, सो दिनों के विच दिनों दिन हुण फर्क पै रहा है, इस करके जो सवेर की समाप्ति है वो 6:15 बजे होवेगी और शाम को रहरा साहब सो 6:45 बजे का फिलहाल टाइम है। सो 5-5 मिनट करके जिमें जिमें ये दिन फर्क पैणगे 5-5 मिनट करके अगे कर देंगे शाम का भी टाइम। तो सवेर का जो समा है समाप्ति है सो 6:15 बजे की समाप्ति है। इस संबंध दे नाल इसे ही टाइम मुताबक आप जी ने गुरु महाराज जी दर्शन दीदार करने हैं। सो गुरु महाराज जी तुहाडा सब दा भला करे, तुहानू तंदुरुस्तियां नामदान देश प्रदेश बच्चों के कारज विरास करन। वाहिगुरू जी का खालसा वाहिगुरू जी की फतेह।